ਸੋ ਦੈਟ ਮੀਨਸ ਜਿਹੜਾ ਪੇ ਕਮਿਸ਼ਨ ਜਿਹੜਾ ਇਹਨੂੰ ਇੱਕ ਆਪਾਂ ਘੁਟਾਲਾ ਵੀ ਕਹਿ ਸਕਦੇ ਹਾਂ। ਜਿਹੜੀ ਕਾਂਗਰਸ ਦੀ ਸਰਕਾਰ ਹੈ ਇਹ ਠੱਗਿਆ ਮਹਿਸੂਸ ਕਰਦੇ ਆ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਕਿ ਪੰਜਾਬ ਯੂਜ਼ ਟੂ ਬੀ ਕਾਲਡ ਐਜ਼ ਰੰਗਲਾ ਪੰਜਾਬ, ਪਰ ਇਹ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਨੇ ਇਹਨਾਂ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਕਰਤਾ। ਕੀ ਪੰਜਾਬ ਦੇ ਵਿੱਤੀ ਹਾਲਾਤਾਂ ਲਈ ਸੈਂਟਰ ਸਰਕਾਰ ਜ਼ਿੰਮੇਵਾਰ ਹੈ? ਤੁਹਾਡੀਆਂ ਅੱਖਾਂ ਖੁੱਲੀਆਂ ਹੁੰਦੀਆਂ ਤੇ ਮਜਾਲ ਹੈ ਸਰਕਾਰ ਦੇ ਅੱਗੇ ਕੋਈ ਇਸ ਤਰ੍ਹਾਂ ਦੇ ਕੰਮ ਕਰਕੇ ਕੰਮ ਧੰਦੇ ਚਲਾ ਸਕਦੀ। ਦੂਜੇ ਪਾਸੇ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਜਾਂ ਐਮਐਲਏ ਆ ਉਹ ਵੀ ਗੱਲ ਕਹਿੰਦੇ ਆ ਕਿ ਜੋ ਡਿਵੈਲਪਮੈਂਟ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਈ ਉਹ ਕੈਪਟਨ ਕਰਵਾ ਹੀ ਨਹੀਂ ਸਕੇ। ਅੱਜ ਤੁਸੀਂ ਹਾਲ ਦੇਖ ਰਹੇ ਹੋ ਪੰਜਾਬ 'ਚ ਕੀ ਹੋ ਰਿਹਾ। ਆਪ ਸਰਕਾਰ ਆਪਣੇ ਕਿਸੇ ਸਿਸਟਮ 'ਚੋਂ ਉਹਨਾਂ ਨੂੰ 200-250 ਕਰੋੜ ਰੁਪਈਆ ਨਹੀਂ ਦੇ ਸਕਦੀ ਕਿ ਭਾਈ ਫਿਕਸ ਯੋਰਸੈਲਫ ਅਪ। ਵਿਦਿਆ ਵਿਚਾਰੀ ਤੇ ਪਰ ਉਪਕਾਰੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਹੈ ਕਿ ਜੇ ਤੁਸੀਂ ਵਿਦਿਆ ਨੂੰ ਹੀ ਰੋਲ ਰਹੇ ਹੋ ਉਹ ਰੁੱਲ ਚੁੱਕੀ ਹੈ ਇਸ ਟਾਈਮ ਪੰਜਾਬੀ। 6 ਮਹੀਨੇ ਤੋਂ ਵੱਧ ਹੋ ਗਿਆ ਕਿ ਕਿਸਾਨ ਜਿਹੜੇ ਆ ਦਿੱਲੀ ਦੇ ਵੱਖ-ਵੱਖ ਕੋਰਟਾਂ ਦੇ ਬੈਠੇ ਆ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ। ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਕੀ ਗੱਲ ਕਿ ਹੁਣ ਸਰਕਾਰ ਚਾਹੁੰਦੀ ਨਹੀਂ ਕਿ ਮੁੱਦਾ ਹੱਲ ਹੋਵੇ? ਇਸ ਕਰਕੇ ਇਹ ਮੁੱਦੇ ਨੂੰ ਕਿਸੇ ਸਰਕਾਰ ਨੇ ਅਣਗਹਿਲਾ ਨਹੀਂ ਕੀਤਾ। ਕਿਸਾਨੀ ਮੁੱਦਾ ਇੱਕੋ ਤਰੀਕੇ ਨਾਲ ਹੱਲ ਹੋਏਗਾ, ਉਹ ਹੈਗਾ ਡਾਇਲੋਗ। ਜਿਹੜੀ ਗੱਲ ਤੁਸੀਂ ਕੀਤੀ ਹੈ ਡਾਇਲੋਗ ਦੀ, ਇਹ ਡਾਇਲੋਗ ਤਾਂ ਇੱਕ ਵਾਰ ਨਹੀਂ 14-15 ਵਾਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਲਗਾਤਾਰ ਹੋਈਆਂ। ਅਮਿਤ ਸ਼ਾਹ ਨੇ ਖੁਦ ਆਪ ਉਹ ਮੀਟਿੰਗਾਂ ਅਟੈਂਡ ਕੀਤੀਆਂ, ਪਰ ਆਖਰ ਕੀ ਜਿੱਦ ਹੈ ਸਰਕਾਰ ਦੀ ਕਿ ਉਹ ਥੋੜ੍ਹੇ ਜਿਹੜਾ ਕਿਸਾਨਾਂ ਦੀ ਜਿਹੜੀ ਮੰਗ ਹੈ ਉਸ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੀ? ਦੇਖੋ ਜਿਹੜਾ ਬਿੱਲ ਬਣ ਚੁੱਕਾ ਹੈ ਉਹ ਬਿੱਲ ਵਾਪਸ ਨਹੀਂ ਲਿਆ ਜਾ ਸਕਦਾ। ਤੋਂ ਦੀ ਗੱਲ ਕਹਿ ਰਹੇ ਕੋਈ ਸਰਕਾਰ ਕੋਲ ਨਹੀਂ ਜਾ, ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਜਿੱਦਾਂ ਇੱਕੋ ਹੀ ਗੱਲ ਕਹਿਣੀ ਹੈ ਕਿ ਖੇਤੀ ਕਾਨੂੰਨ ਜਿਹੜੇ ਆ ਜਿਹੜੇ ਰੱਦ ਹੋਣੇ ਚਾਹੀਦੇ ਆ। ਫਿਰ ਆਖਰ ਇਹ ਮਸਲਾ ਕਿਵੇਂ ਕਿਸ ਤਰ੍ਹਾਂ ਹੱਲ ਹੋ ਸਕਦਾ? ਇਹ ਮਸਲਾ ਸਿਰਫ ਤੇ ਸਿਰਫ ਡਾਇਲੋਗ ਨਾਲ ਹੋਣਾ। ਮੌਸਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਕੰਵਰ ਸਿੰਘ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ। 5 ਸਾਲ ਜਿਹੜੇ ਆ ਸਰਕਾਰ ਦੇ ਪੂਰੇ ਹੋਣ ਜਾ ਰਹੇ ਆ। ਇਸ ਦੌਰਾਨ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਰੁਜ਼ਗਾਰ ਮੁਹੱਈਆ ਕੀਤਾ ਹੈ, ਅਸੀਂ ਵਾਅਦੇ ਪੂਰੇ ਕੀਤੇ ਆ, ਪਰ ਕਿਤੇ ਨਾ ਕਿਤੇ ਜਨਤਾ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਕਿ ਸਰਕਾਰ ਨੇ 2017 ਵਿੱਚ ਜੋ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਉਹ ਵਾਅਦਾ ਇੱਕ ਵੀ ਪੂਰਾ ਨਹੀਂ ਹੋਇਆ। ਮੁਲਾਜ਼ਮਾਂ ਵੱਲੋਂ ਵੱਡੇ ਧਰਨੇ ਦਿੱਤੇ ਜਾ ਰਹੇ ਆ, ਮੁਜ਼ਾਹਰੇ ਕੀਤੇ ਜਾ ਰਹੇ ਆ, ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ, ਜਿਸ ਤੋਂ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈ ਹਰ ਵਰਗ ਦੇ ਵਿੱਚ ਸਰਕਾਰ ਦੇ ਪ੍ਰਤੀ ਬਹੁਤ ਵੱਡੀ ਜਿਹੜੀ ਹੈ ਨਿਰਾਸ਼ਾ ਪਾਈ ਜਾ ਰਹੀ ਹੈ। ਸਾਡੇ ਨਾਲ ਸਵਾਲਾਂ ਦਾ ਜਵਾਬ ਦੇਣ ਲਈ ਸਟੇਟ ਕਾਰਜਕਾਰਨੀ ਦੇ ਮੈਂਬਰ ਗੁਰਜੀਤ ਸਿੰਘ ਕੋਹਲੀ ਨਾਲ ਨੇ ਸਾਡੇ। ਇਹਨਾਂ ਵੱਲੋਂ ਕੁਝ ਮੁੱਦੇ ਸਰਕਾਰ ਦੇ ਕੋਲ ਉਠਾਏ ਗਏ ਨੇ ਕਿ ਮੁਲਾਜ਼ਮਾਂ ਨਾਲ ਜਿਹੜਾ ਹੈ ਵੱਡਾ ਧੋਖਾ ਕੀਤਾ ਜਾ ਰਿਹਾ। ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਹੈ ਜਿਸ ਤਰ੍ਹਾਂ ਲਾਗੂ ਹੋਣੀ ਚਾਹੀਦੀ ਸੀ ਨਿਯਮਾਂ ਅਨੁਸਾਰ ਉਹ ਲਾਗੂ ਨਹੀਂ ਹੋਈ, ਜਿਸ ਕਰਕੇ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਲਾਭ ਹੈ ਉਹ ਖੁੰਝ ਗਿਆ। ਅਸੀਂ ਸਵਾਗਤ ਕਰਦੇ ਹਾਂ ਗੁਰਜੀਤ ਸਿੰਘ ਕੋਹਲੀ ਜੀ ਦਾ ਮਧੂਸਾਰ ਟੀਵੀ ਦੇ ਉੱਤੇ। ਕੋਹਲੀ ਸਾਹਿਬ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮਧੂਸਾਰ ਦੇ ਸਾਰੇ ਹੀ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਬੈਠਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਧੰਨਵਾਦ ਜੀ। ਤੁਸੀਂ ਜਿਹੜਾ ਮੈਂ ਮੁੱਦਾ ਚੱਕਿਆ ਹੈ, ਜਿਹੜਾ ਮੈਂ ਬਿਆਨ ਦਿੱਤਾ ਹੈ ਕੱਲ੍ਹ, ਅਤੇ ਉਹਦੇ 'ਤੇ ਤੁਸੀਂ ਗੰਭੀਰਤਾ ਨਾਲ ਇਹਨੂੰ ਅੱਗੇ ਲੋਕਾਂ 'ਚ ਪਹੁੰਚਾ ਰਹੇ ਹੋ। ਅਤੇ ਆਈ ਹੋਪ ਕਿ ਜਿਹੜੇ ਵੀ ਸਾਡੇ ਮੁਲਾਜ਼ਮ ਵਰਗ ਹੈ ਉਹ ਇਸ ਗੱਲ 'ਤੇ ਸੋਚੇ ਅਤੇ ਇਸ ਗੱਲ 'ਤੇ ਮੇਰਾ ਸਾਥ ਦੇ, ਤਾਂ ਕਿ ਅਸੀਂ ਜਿਹੜੀ ਕਰੰਟ ਮੌਜੂਦਾ ਸਰਕਾਰ ਹੈ ਉਸ 'ਤੇ ਕੋਈ ਪ੍ਰੈਸ਼ਰ ਬਿਲਡਅਪ ਕਰਕੇ ਜੋ ਸਾਡੀ ਉਮੀਦ ਹੈ ਪੇ ਕਮਿਸ਼ਨ ਨੂੰ ਬੈਕਡੇਟਡ ਲਾਗੂ ਕਰਾਉਣਾ ਅਤੇ ਜਿਹੜਾ ਅਸੀਂ ਟ੍ਰਾਈਬਿਊਨਲ ਦੀ ਮੰਗ ਕਰ ਰਹੇ ਹਾਂ ਪੰਜਾਬ ਵਾਸਤੇ, ਉਹਦੇ ਵਿੱਚ ਮੇਰਾ ਸਾਥ ਦੇਣਾ। ਕੋਹਲੀ ਸਾਹਿਬ ਤੁਸੀਂ ਪੇ ਕਮਿਸ਼ਨ ਦੀ ਗੱਲ ਕੀਤੀ ਹੈ। ਸਰਕਾਰ ਕਹਿ ਰਹੀ ਹੈ ਕਿ ਅਸੀਂ ਪੇ ਕਮਿਸ਼ਨ ਦੇਤਾ ਜਿਹਦੇ ਕਰਕੇ ਜਿਹੜਾ ਮੁਲਾਜ਼ਮਾਂ ਨੂੰ ਇਹਦਾ ਵੱਡਾ ਲਾਭ ਹੋਣਾ। ਦੂਜੇ ਪਾਸੇ ਤੁਸੀਂ ਗੱਲ ਕਹਿ ਰਹੇ ਕੋਈ ਸਰਕਾਰ ਨੇ ਉਹ ਪੇ ਕਮਿਸ਼ਨ ਜਿਹੜਾ ਹੈ ਉਹ ਦਿੱਤਾ ਹੀ ਨਹੀਂ ਹੈ। ਇਹਦੇ ਵਿੱਚ ਧੋਖਾ ਫਿਰ ਕਿੱਥੇ ਹੋਇਆ? ਸਰਕਾਰ ਨੇ ਧੋਖਾ ਕੀਤਾ ਹੈ ਜਾਂ ਮੁਲਾਜ਼ਮ ਵੱਲੋਂ ਜਿਹੜੀ ਗੱਲ ਰੱਖੀ ਜਾ ਰਹੀ ਹੈ ਉਹ ਕੀ ਹੈ ਅਸਲੀ? ਨਹੀਂ, ਧੋਖੇ ਵਾਲੀ ਗੱਲ ਨਹੀਂ ਹੈ ਜੀ। ਦੇਖੋ ਪੇ ਕਮਿਸ਼ਨ ਜਿਹੜੀ ਰਿਪੋਰਟ ਆਈ ਹੈ, ਪਹਿਲੀ ਗੱਲ ਤਾਂ ਉਹ ਜਨਤਕ ਨਹੀਂ ਹੋਈ। ਜੇ ਤਾਂ ਉਹ ਜਨਤਕ ਹੋਈ ਹੁੰਦੀ, ਪਬਲਿਕ ਡੋਮੇਨ 'ਚ ਆਈ ਹੁੰਦੀ, ਲੋਕਾਂ ਨੂੰ ਪਤਾ ਲੱਗਦਾ ਕਿ ਹਾਂਜੀ ਥੀਜ਼ ਆਰ ਦ ਫੈਕਟਸ ਐਂਡ ਫਿਗਰਸ, ਕਿ ਆਹ ਕਰਕਸ ਆਫ ਜਿਹੜਾ ਪੇ ਕਮਿਸ਼ਨ ਰਿਪੋਰਟ ਹੈ। ਇਹਨਾਂ ਨੇ ਪੇ ਕਮਿਸ਼ਨ ਰਿਪੋਰਟ ਹਲੇ ਜਨਤਕ ਨਹੀਂ ਕੀਤੀ ਅਤੇ ਉਹਨੂੰ ਕਹਿ ਦਿੱਤਾ ਜੀ ਕਿ ਉਹ ਜੁਲਾਈ 2021 'ਚ ਲਾਗੂ ਹੋਏਗੀ। ਮੇਰਾ ਇਹ ਕਹਿਣਾ ਹੈ ਕਿ ਉਹ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਹੋਣੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਸਾਡੇ ਜਿਹੜੇ ਵੀ ਇਹ ਸਾਰਾ ਜਿਹੜਾ 5 ਸਾਲ ਦਾ ਸਿਸਟਮ ਹੈ, ਲੋਕਾਂ ਨੇ ਉਸ 'ਚ ਕੰਮ ਵੀ ਕੀਤਾ, ਜਾਨ ਮਾਰ ਕੇ ਡਿਪਾਰਟਮੈਂਟਾਂ ਪਿੱਛੇ, ਸਰਕਾਰ ਪਿੱਛੇ, ਮੁਲਾਜ਼ਮ ਵਰਗ ਨੇ ਸਾਰਿਆਂ ਨੇ ਕੰਮ ਕੀਤਾ, ਅਤੇ ਉਹਨਾਂ ਨੂੰ ਜਿਹੜੀ ਅਪਰੇਜ਼ਲ ਮਿਲਣੀ ਚਾਹੀਦੀ ਹੈ ਉਸ ਤੋਂ ਵਾਂਝੇ ਰਹਿ ਜਾਣਗੇ। ਸੋ ਦੈਟ ਮੀਨਸ ਜਿਹੜਾ ਪੇ ਕਮਿਸ਼ਨ ਜਿਹੜਾ ਇਹਨੂੰ ਇੱਕ ਆਪਾਂ ਘੁਟਾਲਾ ਵੀ ਕਹਿ ਸਕਦੇ ਹਾਂ ਕਿ ਉਹ 5 ਸਾਲ ਦੇ ਜਿਹੜੇ ਪੈਸੇ ਅਪਰੇਜ਼ਲ ਪੇ ਕਮਿਸ਼ਨ ਦੇ ਅਕੋਰਡਿੰਗਲੀ ਮਿਲਣਾ ਚਾਹੀਦਾ ਉਹ ਨਹੀਂ ਮਿਲਣਾ ਇਹਨਾਂ ਨੂੰ।
ਇਹ ਕਹਿ ਰਹੇ ਨੇ ਜੀ ਕਿ ਅਸੀਂ ਜੁਲਾਈ 2021 ਚ ਸ਼ੁਰੂ ਕਰਾਂਗੇ, ਬਟ ਇਹਨੂੰ ਬੈਕਡੇਟਡ ਕਰਨਾ ਚਾਹੀਦਾ ਨਾ। 1 ਜਨਵਰੀ 2016 ਦਾ ਭੱਤਾ ਤੋਂ ਲੈ ਕੇ ਹੁਣ ਤੱਕ ਇਹ ਸਾਰਾ ਮਿਲਣਾ ਚਾਹੀਦਾ ਹੈ, ਨਾ ਕਿ ਜੁਲਾਈ 2021 ਤੋਂ ਸ਼ੁਰੂ ਕਰਨਾ ਚਾਹੀਦਾ। ਕੋਹਲੀ ਸਾਹਿਬ, ਤੁਸੀਂ ਇਹ ਦੱਸੋ ਕਿ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਹੈ ਧਰਨਿਆਂ ਦਾ ਦੌਰ ਚੱਲ ਰਿਹਾ ਹੈ, ਚਾਹੇ ਉਹ ਬਿਜਲੀ ਬੋਰਡ ਦੇ ਅੱਗੇ ਬੈਠੇ ਅਸ਼ਰਤ ਨੇ, ਚਾਹੇ ਬੇਰੁਜ਼ਗਾਰ ਅਧਿਆਪਕ ਨੇ, ਕੋਈ ਟਾਵਰ ਤੇ ਬੈਠਾ ਹੈ, ਕੋਈ ਹਸਪਤਾਲ ਦੀ ਟੈਂਕੀ ਤੇ ਚੜ੍ਹ ਜਾਂਦਾ ਹੈ, ਨਰਸਾਂ ਦਾ ਧਰਨਾ ਲੱਗ ਰਿਹਾ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੀ? ਨਹੀਂ, ਇਹ ਤਾਂ ਪ੍ਰੀਟੀ ਓਬਵੀਅਸ ਹੀ ਹੈ ਜੀ। ਐਕਸ਼ਨ ਸਪੀਕਸ ਲਾਊਡਰ ਦੈਨ ਵਰਡ। ਮੇਰੇ ਕਹਿਣ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਦੇਖ ਰਹੇ ਹੋ ਇਹ ਧਰਨੇ ਕਿਉਂ ਲੱਗ ਰਹੇ ਨੇ। ਇਟਸ ਅ ਕੰਪਲੀਟ ਗਵਰਨਮੈਂਟ ਫੇਲੀਅਰ। ਜੇ ਗਵਰਨਮੈਂਟ ਇੰਨੀ ਚੰਗੀ ਹੁੰਦੀ, ਜੇ ਗਵਰਨਮੈਂਟ ਨੇ ਹਰ ਵਰਗ ਦਾ ਖਿਆਲ ਰੱਖਿਆ ਹੁੰਦਾ ਤਾਂ ਧਰਨਿਆਂ ਦੀ ਲੋੜ ਨਹੀਂ ਪੈਣੀ ਸੀ। ਇਹ ਧਰਨੇ ਇਸੀ ਕਰਕੇ ਲੱਗ ਰਹੇ ਨੇ। ਇਹਦਾ ਸਬੂਤ ਹੈ ਕਿ ਗਵਰਨਮੈਂਟ ਫੇਲੀਅਰ ਹੈ। ਹਰ ਡਿਪਾਰਟਮੈਂਟ 'ਚ ਫੇਲੀਅਰ ਹੈ, ਚਾਹੇ ਉਹ ਅਧਿਆਪਕ ਨੇ, ਚਾਹੇ ਉਹ ਨਰਸਿਸ ਨੇ, ਚਾਹੇ ਉਹ ਸਟੂਡੈਂਟਸ ਨੇ, ਹਰ ਵਰਗ ਨੂੰ ਧੋਖਾ ਮਿਲਿਆ। ਇਸ ਕਰਕੇ ਉਹ ਸੜਕਾਂ 'ਤੇ ਉਤਰੇ ਨੇ। ਸਾਡੀ ਵੀ ਇਹੀ ਮੰਗ ਹੈ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਰੂਪ 'ਚ ਸਰਕਾਰ ਕਹਿ ਰਹੀ ਹੈ ਜੀ 85% ਮਸਲੇ ਜਿਹੜੇ ਅਸੀਂ ਮੈਨੀਫੈਸਟੋ 'ਚ ਲਿਆਂਦੇ ਸੀ ਉਹ ਅਸੀਂ ਮੁਕੰਮਲ ਕਰ ਲਏ। ਜੇ ਮੁਕੰਮਲ ਕਰ ਲਏ ਫਿਰ ਇਹ ਧਰਨੇ ਕਿਉਂ ਲੱਗ ਰਹੇ ਨੇ? ਇਹ ਸੋਚਣ ਦਾ ਵਿਸ਼ਾ ਹੈ ਕਿ ਜੇ ਸਾਰੇ ਹੀ ਮਸਲੇ ਤੁਸੀਂ ਹੱਲ ਕਰਤੇ ਫਿਰ ਲੋਕ ਆਪਣੇ ਘਰਾਂ 'ਚ ਬੈਠਣ, ਮੌਜਾਂ ਮਾਣਨ। ਅੱਜ ਉਹਨਾਂ ਨੂੰ ਸੜਕਾਂ 'ਤੇ ਕਿਉਂ ਉਤਰਨਾ ਪੈ ਰਿਹਾ? ਇਸੀ ਕਰਕੇ ਕਿਉਂਕਿ ਯੂ ਆਰ ਲਾਇੰਗ। ਮੇਰਾ ਇਹੀ ਸਵਾਲ ਹੈ ਮੁੱਖ ਮੰਤਰੀ ਸਾਹਿਬ ਤੋਂ ਕਿ ਜੇ ਤੁਸੀਂ 85% ਕੰਮ ਕੀਤਾ ਹੈ ਜਿਹੜਾ ਤੁਸੀਂ ਮੈਨੀਫੈਸਟੋ 'ਚ ਲਿਖਿਆ, ਤੇ ਉਹਨੂੰ ਕੋਈ ਜਨਤਕ ਕੱਢੋ, ਉਹਦੇ ਕੋਈ ਫੈਕਟਸ ਐਂਡ ਫਿਗਰਸ ਰਿਕਾਰਡ, ਉਹਦੇ RTI ਕਢਾ ਕੇ ਸਾਨੂੰ ਦਿਓ ਤਾਂ ਕਿ ਪਤਾ ਲੱਗੇ ਨਾ, ਪਬਲਿਕ ਨੂੰ ਵੀ ਪਤਾ ਲੱਗੇ। ਫਿਰ ਪਬਲਿਕ ਪਾਗਲ ਹੈ ਜਿਹੜੀ ਸੜਕਾਂ 'ਤੇ ਆ ਕੇ ਬੈਠੀ। ਕੋਹਲੀ ਸਾਹਿਬ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਵੀ ਵੱਡੇ ਮੁੱਦੇ ਜਿਹੜੇ ਸੀ ਉਹਨਾਂ ਵਿੱਚ ਮਾਈਨਿੰਗ ਦਾ ਮੁੱਦਾ ਸੀ, ਸ਼ਰਾਬ ਮਾਫੀਆ ਦਾ ਮੁੱਦਾ ਸੀ, ਟਰਾਂਸਪੋਰਟ ਦਾ ਮੁੱਦਾ ਸੀ, ਕੇਬਲ ਮਾਫੀਆ ਦਾ ਮੁੱਦਾ ਸੀ। ਕਈ ਮੁੱਦੇ ਸੀ ਜਿਹੜੇ ਜਿਨ੍ਹਾਂ ਤੋਂ ਲੋਕਾਂ ਨੇ ਇੱਕ ਆਵਾਜ਼ ਜਿਹੜੀ ਸੀ ਉਸ ਟਾਈਮ ਉਠਾਈ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਆ ਉਹ ਚੱਲ ਰਹੇ ਆ। ਤੁਹਾਨੂੰ ਕੀ ਲੱਗਦਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਉਦੋਂ ਤਾਂ ਇਹ ਦੋਸ਼ ਲਾਏ ਜਾਂਦੇ ਕਿ ਕਾਂਗਰਸ ਵੱਲੋਂ ਕੀਤਾ ਜਾ ਰਿਹਾ, ਹੁਣ ਕਾਂਗਰਸ ਦੀ ਸਰਕਾਰ ਹੈ ਤਾਂ ਕਾਂਗਰਸ ਕਹਿੰਦੀ ਹੈ ਕਿ ਇਹ ਉਹਨਾਂ ਵੱਲੋਂ ਮਾਫੀਆ ਚਲਾਇਆ ਜਾ ਰਿਹਾ ਸੀ। ਇਹ ਕੀ ਖੇਡ ਹੈ ਕਿ ਲੋਕ ਹੁਣ ਕੀ ਸਮਝਦੇ ਆ ਕਿ ਕਿਸ 'ਤੇ ਭਰੋਸਾ ਕਰਨ? ਕਿ ਉਹ ਜਿਹੜੀ ਪਹਿਲਾਂ 10 ਸਾਲ ਸਰਕਾਰ ਰਹੀ ਹੈ ਉਸ 'ਤੇ ਭਰੋਸਾ ਕਰਨ? ਜਿਹੜੀ ਕਾਂਗਰਸ ਦੀ ਸਰਕਾਰ ਹੈ ਇਹ ਠੱਗਿਆ ਮਹਿਸੂਸ ਕਰਦੇ ਆ ਲੋਕ ਇਹਨਾਂ ਨੂੰ ਵੋਟਾਂ ਪਾ ਕੇ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਰਕਾਰਾਂ ਨੂੰ ਅਸੀਂ ਵੋਟ ਪਾ ਕੇ ਚੁਣਦੇ ਜ਼ਰੂਰ ਹਾਂ, ਪਰ ਜੋ ਵਾਅਦੇ, ਜੋ ਲੋਕ ਚਾਹੁੰਦੇ ਆ, ਜੋ ਡਿਵੈਲਪਮੈਂਟ ਚਾਹੁੰਦੇ ਆ, ਉਹ ਕਿਤੇ ਵੀ ਸਾਨੂੰ ਦਿਖਾਈ ਨਹੀਂ ਦਿੰਦੀ। ਭਾਜੀ ਮੈਂ ਇਹ ਕਹਿਣਾ ਚਾਹਾਂਗਾ ਜੀ, ਆਈਲ ਜਸਟ ਇੱਕ ਪੈਰਾਗ੍ਰਾਫ 'ਚ ਮੈਂ ਸਮ ਅਪ ਕਰ ਸਕਦਾ ਇਸ ਗੱਲ ਨੂੰ ਕਿ ਪਿਛਲੇ 30-40 ਸਾਲ ਤੋਂ ਜੋ ਵੀ ਪੰਜਾਬ 'ਚ ਹੋ ਰਿਹਾ, ਆਪਾਂ ਗਾਣਿਆਂ 'ਚ ਸੁਣਿਆ, ਵਿਰਾਸਤੀ ਉਹਨਾਂ 'ਚ ਸੁਣਿਆ ਕਿ ਪੰਜਾਬ ਯੂਜ਼ ਟੂ ਬੀ ਕਾਲਡ ਐਜ਼ ਰੰਗਲਾ ਪੰਜਾਬ। ਪਰ ਇਹ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਨੇ, ਇਹਨਾਂ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਕਰਤਾ ਹੈ। ਅਤੇ ਉਹਦਾ ਕਾਰਨ ਆਹੀ ਹੈ, ਇਲੈਕਟ੍ਰਿਸਿਟੀ ਮਾਫੀਆ, ਸ਼ਰਾਬ ਮਾਫੀਆ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ। ਜੇ ਇਹ ਮਾਫੀਏ 'ਤੇ ਠੱਲ ਪਾ ਦਿੱਤੀ ਹੁੰਦੀ ਕਿਸੇ ਸਰਕਾਰ ਨੇ ਤੇ ਅੱਜ ਸਰਕਾਰ ਦੇ ਖਜ਼ਾਨੇ ਖਾਲੀ ਨਾ ਹੁੰਦੇ। ਅੱਜ ਵੀ ਜੇ ਸਰਕਾਰ ਚਾਹੁੰਦੀ ਕਿ ਹਾਂ ਇਹਨਾਂ ਕੋਲ 5 ਸਾਲ ਦਾ ਟਾਈਮ ਸੀ ਕਿ ਜਿਸ ਤਰ੍ਹਾਂ ਇਹਨਾਂ ਨੇ ਸੌਹਾਂ ਖਾਧੀਆਂ ਸੀ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ, ਮੈਂ ਇਹ ਫਲਾਣਾ ਕਰ ਦਾਂਗਾ, ਟਿਮਕਾ ਕਰ ਦਾਂਗਾ, ਜੇ ਕੁਝ ਕੀਤਾ ਹੁੰਦਾ ਤੇ ਅੱਜ ਸਾਡੇ ਵਿੱਤ ਮੰਤਰੀ ਸਾਹਿਬ ਨੂੰ ਇਹ ਕਹਿਣ ਦੀ ਨੌਬਤ ਨਾ ਆਉਂਦੀ ਕਿ ਪੰਜਾਬ ਦੇ ਖਜ਼ਾਨੇ ਖਾਲੀ ਨੇ। ਇਹ ਆਪਣੇ ਆਪ ਹੀ ਸੈਲਫ ਰਿਲਾਇੰਸ ਹੋ ਜਾਣਾ ਸੀ ਪੰਜਾਬ ਨੇ। ਕਿਉਂ? ਪੰਜਾਬ ਦਾ ਇਹ ਜਿਹੜੇ ਮਾਫੀਏ ਨੇ ਇਹ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਰਹੇ ਨੇ। ਪਰ ਕਿਤੇ ਨਾ ਕਿਤੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੈ ਉਹਨਾਂ ਵੱਲੋਂ ਅਕਸਰ ਹੀ ਸੈਂਟਰ ਦੇ ਉੱਤੇ ਇਸ ਗੱਲ ਦੇ ਦੋਸ਼ ਲਾਏ ਜਾਂਦੇ ਕਿ GST ਦੀ ਜਿਹੜੀ ਅਦਾਇਗੀ ਹੈ ਉਹ ਨਹੀਂ ਕੀਤੀ ਗਈ। ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਖਰਾਬ ਕਰਨ ਦੇ ਵਿੱਚ ਸੈਂਟਰ ਸਰਕਾਰ ਦਾ ਬਹੁਤ ਵੱਡਾ ਦੋਸ਼ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਲਈ ਸੈਂਟਰ ਸਰਕਾਰ ਜ਼ਿੰਮੇਵਾਰ ਹੈ? ਦੇਖੋ, ਸੈਂਟਰ ਇੱਕ ਨਵੀਂ ਪਾਲਿਸੀ ਲੈ ਕੇ ਆਈ ਹੈ। GST ਇੱਕ ਨਵੀਂ ਪਾਲਿਸੀ ਹੈ। ਨਵੀਂ ਪਾਲਿਸੀ ਦੇ ਹਿਸਾਬ ਨਾਲ ਹਮੇਸ਼ਾ ਚੇਂਜ ਇਜ਼ ਆਲਵੇਜ਼ ਪੇਨਫੁਲ, ਅਤੇ ਚੇਂਜ ਦੇ ਜਿਸ ਤਰ੍ਹਾਂ ਚੇਂਜ ਹੋਇਆ ਸਾਰਾ ਸਿਸਟਮ ਉਸ ਹਿਸਾਬ ਨਾਲ ਸੈਂਟਰ ਆਪਣਾ ਫਰਜ਼ ਨਿਭਾ ਰਹੀ ਹੈ। ਅਸੀਂ ਆਪਣੀ ਨਾਕਾਮੀਆਂ ਨੂੰ ਲੁਕਾਉਣ ਲਈ ਅਸੀਂ ਕਿਸੇ ਹੋਰ 'ਤੇ ਇਲਜ਼ਾਮ ਲਾ ਰਹੇ ਹਾਂ। ਦਿਸ ਇਜ਼ ਜਸਟ ਅ ਬਲੇਮ ਗੇਮ। ਸਰਕਾਰ, ਤੁਸੀਂ ਅੱਜ ਮੈਂ ਕਹਿੰਦਾ ਅੱਜ ਰੋਬਸਟ ਸਿਸਟਮ ਅਡੋਪਟ ਕਰ ਲਓ, ਇਹ ਸਾਰੇ ਮਾਫੀਏ ਖਤਮ ਕਰ ਦਿਓ, ਤੁਹਾਡੇ ਕੋਲ ਸਰਪਲਸ ਬਿਜਲੀ ਹੋਊਗੀ, ਤੁਹਾਡੇ ਕੋਲ ਵਧੀਆ ਇਨਫਰਾਸਟਰਕਚਰ ਹੋਊਗਾ। ਅਤੇ ਤੁਸੀਂ ਦੇਖ ਲਓ ਪਿਛਲੇ ਸਮੇਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਿੰਨੇ 180 ਲੋਕ ਮਰੇ ਨੇ, ਉਹਨਾਂ 'ਤੇ ਕੋਈ ਕਾਰਵਾਈ ਹੋਈ ਹੈ? ਦੱਸੋ। ਉਹ ਜਿਹੜੇ ਮਰੇ ਨੇ ਉਹਨਾਂ 'ਤੇ ਉਹਨਾਂ ਨੂੰ ਕੋਈ ਉਹ ਕਿਸੇ ਦੇ ਭਾਈ ਪੁੱਤ ਨਹੀਂ ਸੀ, ਕਿਸੇ ਦਾ ਬੇਟਾ ਨਹੀਂ ਸੀ, ਕਿਸੇ ਦੇ ਉਹ ਘਰ ਵਾਲੇ ਨਹੀਂ ਸੀ। ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ। ਇਹ ਮਾਫੀਆ ਕਰ ਰਿਹਾ ਹੈ।
ਇਹ ਸਰਕਾਰਾਂ ਨਹੀਂ ਕਰ ਰਹੀਆਂ, ਨਾ ਇਹ ਸੈਂਟਰ ਮੋਦੀ ਸਰਕਾਰ ਨੇ ਨਹੀਂ ਕਰਾਇਆ, ਇਹ ਤੁਹਾਡੀਆਂ ਪਾਲਿਸੀਆਂ ਨੇ। ਜੇ ਤੁਹਾਡੀ ਯੂ ਹੈਵ ਟਰਨਡ ਅ ਬਲਾਈਂਡ ਆਈ ਅਗੇਂਸਟ ਥੀਸ ਥਿੰਗਸ, ਜੇ ਤੁਹਾਡੀਆਂ ਅੱਖਾਂ ਖੁੱਲੀਆਂ ਹੁੰਦੀਆਂ ਤੇ ਮਜਾਲ ਹੈ ਸਰਕਾਰ ਦੇ ਅੱਗੇ ਕੋਈ ਇਸ ਤਰ੍ਹਾਂ ਦੇ ਕੰਮ ਧੰਦੇ ਚਲਾ ਸਕੇ। ਅੱਜ ਵੀ ਬਾਦਲ ਪਿੰਡ 'ਚ, ਅੱਜ ਸਵੇਰ ਦੀ ਖਬਰ ਹੈ, ਬਾਦਲ ਪਿੰਡ 'ਚ ਨਕਲੀ ਸ਼ਰਾਬ ਫੜੀ ਗਈ ਹੈ। ਦੱਸੋ ਇਹ ਕੌਣ, ਇਹਨਾਂ ਚੀਜ਼ਾਂ ਨੂੰ ਕੌਣ ਰੋਕੇਗਾ? ਸਰਕਾਰ ਦਾ ਕੰਮ ਹੈ ਨਾ, ਸੈਂਟਰ ਸਰਕਾਰ ਨੇ ਤਾਂ ਨਹੀਂ ਆ ਕੇ ਰੋਕਣਾ, ਤਾਂ ਤੁਹਾਡੀ ਸਰਕਾਰ ਦਾ ਕੰਮ ਹੈ ਰੋਕਣਾ। ਸੋ ਡੋਂਟ ਬਲੇਮ ਸੈਂਟਰ ਕਿ ਹਾਂਜੀ ਹਰ ਚੀਜ਼ ਜਿਹੜੀ ਤੁਹਾਡੇ ਤੋਂ ਨਹੀਂ ਹੋ ਰਹੀ ਉਹ ਸੈਂਟਰ ਦੇ ਗੱਲ ਪਾ ਦਿਓ। ਨਹੀਂ, ਦੈਟਸ ਰੋਂਗ। ਮੁੱਖ ਮੰਤਰੀ ਵੱਲੋਂ ਮਾਈਨਿੰਗ ਨੂੰ ਰੋਕਣ ਲਈ ਵੱਡੇ ਸਟੈਪ ਸੀ ਜਿਹੜੇ ਉਹ ਚੁੱਕੇ ਗਏ। ਮਾਈਨਿੰਗ ਨੂੰ ਲੈ ਕੇ ਕਈ ਮੁੱਦੇ ਜਿਹੜੇ ਹੈਗੇ ਆ ਉਹ ਸਾਹਮਣੇ ਆਏ ਸੀ ਤੇ ਸਰਕਾਰ ਵੱਲੋਂ ਇਸ ਦੇ ਉੱਤੇ ਵੱਡੀ ਪੱਧਰ ਤੇ ਕਾਰਵਾਈ ਵੀ ਕੀਤੀ ਗਈ ਆ, ਪਰ ਅੱਜ ਉਹਨਾਂ ਦੇ ਮੰਤਰੀ ਹੀ ਆਪਣੀ ਹੀ ਸਰਕਾਰ ਦੇ ਉੱਤੇ ਇਸ ਗੱਲ ਤੇ ਨਿਸ਼ਾਨੇ ਲਗਾ ਰਹੇ ਆ ਕਿ ਨਾ ਤਾਂ ਮਾਈਨਿੰਗ ਖਤਮ ਹੋਈ ਆ ਤੇ ਨਾ ਹੀ ਕੇਬਲ ਮਾਫੀਆ ਖਤਮ ਹੋਇਆ, ਨਾ ਹੀ ਸ਼ਰਾਬ ਮਾਫੀਆ ਖਤਮ ਹੋਇਆ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰ ਮੈਂ ਤਾਂ ਹੁਣੇ ਇਹੀ ਗੱਲ ਕਹੀ ਹੈ ਤੁਹਾਨੂੰ ਕਿ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਸਰਕਾਰ ਨੇ ਜੋ ਵਾਅਦੇ ਕਰਕੇ ਸਰਕਾਰ ਆਈ ਸੀ ਉਸ 'ਤੇ ਬਿਲਕੁਲ ਵੀ ਪੂਰਾ ਨਹੀਂ ਉਤਰ ਸਕੀ ਹੈ, ਇਸੇ ਕਰਕੇ ਲੋਕ ਸੜਕਾਂ 'ਤੇ ਨੇ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਮੈਨੂੰ ਨਹੀਂ ਲੱਗਦਾ, ਦੇਖੋ ਸਰਕਾਰ ਪਹਿਲਾਂ ਵੀ ਸਰਕਾਰ ਆਪਣੀਆਂ ਨਾਕਾਮੀਆਂ ਕਰਕੇ ਆਪਣੀ ਪਾਵਰ ਗਵਾ ਦਿੰਦੀ ਹੈ। ਇਹ ਮੈਨੂੰ ਬਿਲਕੁਲ ਇਹ ਆਪਣਾ ਪ੍ਰਤੱਖ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਦਾ, ਆਪਣੇ ਫੇਲੀਅਰਸ ਦਾ ਭੋਗਣਾ ਪੈਣਾ। ਪਰ ਸਰਕਾਰ ਤਾਂ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਹੈ ਡਿਵੈਲਪਮੈਂਟ ਕਰਵਾਈ ਹੈ। ਦੂਜੇ ਪਾਸੇ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਜਾਂ ਐਮਐਲਏ ਆ ਉਹ ਵੀ ਇਹ ਗੱਲ ਕਹਿੰਦੇ ਆ ਕਿ ਜੋ ਡਿਵੈਲਪਮੈਂਟ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਈ ਉਹ ਕੈਪਟਨ ਕਰਵਾ ਹੀ ਨਹੀਂ ਸਕੇ। ਪਟਿਆਲੇ ਦੀ ਗੱਲ ਕਰ ਲਈਏ ਡਿਵੈਲਪਮੈਂਟ ਦੀ, ਪਟਿਆਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਜੇ ਤੁਸੀਂ ਹਾਲ ਦੇਖ ਰਹੇ ਹੋ ਪੰਜਾਬ 'ਚ ਕੀ ਹੋ ਰਿਹਾ, ਸਾਰੇ ਦੇਸ਼ 'ਚ ਮਹਾਮਾਰੀ ਫੈਲੀ ਹੋਈ ਹੈ। ਬਟ ਜੇ ਪੰਜਾਬ ਸਰਕਾਰ ਨੇ, ਮੈਂ ਨਹੀਂ ਕਹਿੰਦਾ ਇਕੱਲਾ ਪੰਜਾਬ ਸਰਕਾਰ ਇਸ ਨੂੰ, ਹਰ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆ ਰਹੀਆਂ ਨੇ ਕਿ ਜੇ ਉਹਨਾਂ ਨੇ ਹੈਲਥ ਇਨਫਰਾਸਟ੍ਰਕਚਰ 'ਤੇ ਧਿਆਨ ਦਿੱਤਾ ਹੁੰਦਾ। ਤੁਸੀਂ ਕਿਲ੍ਹਾ ਚੌਂਕ ਨੂੰ ਸੁਧਾਰ ਕੇ ਕੀ ਕਰ ਲੋਗੇ? ਤੁਹਾਡੇ ਹਸਪੀਟਲ ਤਾਂ ਰੁਲਦੇ ਫਿਰਦੇ ਆ। ਜਿਹੜੇ ਵੈਂਟੀਲੇਟਰ ਮੋਦੀ ਜੀ ਨੇ ਭੇਜੇ ਹੈ ਉਹ ਕਿੱਥੇ, ਉਹ ਸਾਰੀ ਜਨਤਕ ਹੈ, ਇਟਸ ਇਨ ਪਬਲਿਕ ਡੋਮੇਨ ਕਿ ਉਹ ਖਰਾਬ ਪਏ ਖਰਾਬ ਹੋ ਗਏ। ਹੁਣ ਸਪੈਸ਼ਲ ਟੀਮ ਆ ਕੇ ਉਹਨਾਂ ਨੂੰ ਚੈੱਕ ਕਰੀਏ ਕਿ ਜੇ ਕੋਈ ਮਾੜੇ ਮੋਟੇ ਚੱਲਦੇ ਆ ਤੇ ਇਹਨਾਂ ਨੂੰ ਚਲਾਈਏ। ਇਹ ਇਸ ਤੋਂ ਕਲੀਅਰ ਪਤਾ ਲੱਗ ਰਿਹਾ ਕਿ ਡਿਵੈਲਪਮੈਂਟ, ਤੁਸੀਂ ਸੜਕਾਂ ਬਣਾ ਲਓਗੇ, ਤੁਸੀਂ ਪੁਰਾਣੀਆਂ ਇਮਾਰਤਾਂ ਨੂੰ ਸੋਹਣਾ ਬਣਾ ਲਓਗੇ, ਠੀਕ ਹੈ, ਦੈਟ ਇਜ਼ ਵਨ ਸਾਈਡ। ਪਰ ਜਿਹੜਾ ਕੋਰ ਬੇਸਿਕ ਜਿਹੜੀ ਨੈਸੈਸਿਟੀ ਹੈ, ਫੂਡ, ਡਰਿੰਕਿੰਗ ਵਾਟਰ, ਐਜੂਕੇਸ਼ਨ ਐਂਡ ਹੈਲਥ, ਜਿਹੜੇ ਮੁਲਕਾਂ ਨੇ, ਜਿਹੜੀਆਂ ਸਟੇਟਾਂ ਨੇ ਆਹ ਚਾਰ ਚੀਜ਼ਾਂ ਸੰਭਾਲ ਲਈਆਂ ਆਪਣੀਆਂ, ਉਹ ਕਦੇ ਮਾਰ ਨਹੀਂ ਖਾਂਦੀਆਂ, ਉਹ ਕਦੇ ਵੀ ਆਊਟ ਆਫ ਪਾਵਰ ਨਹੀਂ ਜਾਂਦੀਆਂ। ਤੁਸੀਂ ਦੇਖੋ ਗਰੀਬ ਬੱਚੇ ਮਰ ਰਹੇ ਨੇ, ਹੈਲਥ ਹਾਹਾਕਾਰ ਮਚੀ ਵੀ ਹੈ। ਜਿਹੜੇ ਤਾਂ ਪ੍ਰਾਈਵੇਟ ਹਸਪੀਟਲਸ ਨੇ ਉਹ ਲੁੱਟ ਖਸੁੱਟ ਕਰ ਰਹੇ ਨੇ, ਸਰਕਾਰੀ ਹਸਪੀਟਲਾਂ 'ਚ ਕੋਈ ਜਾਣ ਨੂੰ ਤਿਆਰ ਨਹੀਂ ਹੈ। ਫਿਰ ਇਹ ਕਾਹਦੀ ਡਿਵੈਲਪਮੈਂਟ ਹੋਈ? ਨਾ ਤਾਂ ਤੁਹਾਡੇ ਕੋਲ ਕੋਈ ਰੋਬਸਟ ਸਿਸਟਮ ਹੈ ਕਿ ਆ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਇਹਨਾਂ 'ਤੇ ਕੋਈ ਚੈੱਕ ਕਰਦਾ, ਕੋਈ ਗਵਰਨਿੰਗ ਬੋਡੀ ਨਹੀਂ ਹੈ। ਵਾਟ ਇਜ਼ ਯੋਰ ਹੈਲਥ ਡਿਪਾਰਟਮੈਂਟ ਡੂਇੰਗ? ਨਥਿੰਗ। ਬਸ ਇੱਕ ਦੂਜੇ ਤੇ ਮਡ ਸਲੈਪਿੰਗ ਤੋਂ ਸਿਵਾਏ ਹੋਰ ਕੁਝ ਨਹੀਂ ਹੋ ਰਿਹਾ। ਸਟੇਟ ਕਹਿ ਰਹੀ ਹੈ ਸੈਂਟਰ, ਸੈਂਟਰ ਕਹਿ ਰਹੀ ਹੈ ਸਟੇਟ। ਇਸ ਤੋਂ ਇਲਾਵਾ ਹੋਰ ਦੱਸੋ ਤੁਸੀਂ ਕੋਈ ਹੋਰ ਕੰਮ ਕਰਕੇ ਦਿਖਾਇਆ? ਮੈਨੂੰ ਦੱਸ ਦਿਓ, ਮੇਕ ਸ਼ਿਫਟ ਹਸਪੀਟਲ ਬਣਾ ਦਿਓ, ਇਹ ਕਰ ਦਿਓ, ਉਹ ਕਰ ਦਿਓ। DC ਸਾਹਿਬ ਨੂੰ ਨੌਬਤ ਆ ਗਈ ਹੈ ਕਿ ਉਹਨਾਂ ਨੂੰ ਹੀ ਹੈਜ਼ ਟੂ ਕਨਫਿਸਕੇਟ ਆਲ ਦੀ ਆਕਸੀਜਨ ਸਿਲੰਡਰਸ। ਕਿਉਂ? ਇੰਨੇ ਮਾੜੇ ਹਾਲਾਤ ਹੋ ਗਏ ਸਾਡੇ, ਤੁਸੀਂ ਕਾਲਾ ਬਾਜ਼ਾਰੀ ਰੋਕ ਨਹੀਂ ਸਕਦੇ? ਤੁਸੀਂ ਆ ਜਿਹੜੇ ਹਸਪੀਟਲ ਓਵਰ ਚਾਰਜ ਕਰ ਰਹੇ ਨੇ, 15-15 ਹਜ਼ਾਰ ਰੁਪਏ ਇੱਕ ਦਿਨ ਦਾ ਕੋਵਿਡ ਪੇਸ਼ੈਂਟ ਤੋਂ ਲੈ ਰਹੇ ਨੇ ਸਿਰਫ ਉਹਦੀ ਸਾਂਭ ਸੰਭਾਲ ਨੂੰ, ਇਜ਼ ਇਟ ਜਸਟੀਫਾਈਬਲ? ਤੁਸੀਂ ਅੱਜ ਐਲਾਨ ਕਰ ਰਹੇ ਹੋ ਜੀ ਪੜ੍ਹਾਈ ਫ੍ਰੀ ਹੈ। ਐਲਾਨ ਕਰਨ ਦਾ ਕੀ? ਇਹਨੂੰ ਗਰਾਊਂਡ 'ਤੇ ਲੈ ਕੇ ਆਓ, ਇਸ ਨੂੰ ਕਿਸੇ ਸਿਸਟਮ ਦੇ ਵਿੱਚ ਇਹਦੇ ਉੱਤੇ ਕੋਈ ਸਿਸਟਮ ਇਹੋ ਜਿਹਾ ਤੁਹਾਡਾ ਜਿਹੜਾ ਡਿਪਾਰਟਮੈਂਟ ਵਾਈਜ਼ ਸਿਸਟਮ ਹੋਣਾ ਚਾਹੀਦਾ ਕਿ ਹਾਂ ਵਾਕਈ ਲੋਕਾਂ ਨੂੰ ਜੇ ਪੜ੍ਹਾਈ ਮਿਲ ਰਹੀ ਹੈ, ਫ੍ਰੀ ਦੀ ਪੜ੍ਹਾਈ ਮਿਲ ਰਹੀ ਹੈ, ਇਜ਼ ਇਟ ਵਰਥ ਕਿ ਉਹਨੂੰ ਬੰਦੇ ਨੂੰ ਪੜ੍ਹਾਈ 'ਚੋਂ ਕੁਛ ਲਾਭ ਮਿਲ ਰਿਹਾ ਕਿ ਸਿਰਫ ਐਲਾਨ ਕਰ ਦੇਣਾ? ਇਟਸ ਨਾਟ ਡਿਵੈਲਪਮੈਂਟ। ਉਸ ਨੂੰ ਇੰਪਲੀਮੈਂਟ ਕਰਨਾ ਤੇ ਲੋਕਾਂ ਤੱਕ, ਕੱਲੇ ਲੋਕ ਕੋਲ, ਕੱਲੇ ਬੱਚੇ ਤੱਕ ਇਹ ਸੁਵਿਧਾ ਪਹੁੰਚੇ, ਮੈਂ ਉਸ ਨੂੰ ਡਿਵੈਲਪਮੈਂਟ ਮੰਨਦਾ। ਮਾਲਵੇ ਦੀ ਸਭ ਤੋਂ ਯੂਨੀਵਰਸਿਟੀ ਆ CMCD ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਸ ਨੂੰ ਵਿਦਿਆ ਚਾਨਣ ਦਾ ਮਨਾਰਾ ਕਿਹਾ ਜਾਂਦਾ ਹੈ। ਪਰ ਅੱਜ ਉਸ ਯੂਨੀਵਰਸਿਟੀ ਦੇ ਹਾਲਾਤ ਇਹ ਨੇ ਕਿ ਨਾ ਤਾਂ ਉੱਥੇ ਕੋਈ ਦਾਖਲਾ ਲੈਣ ਨੂੰ ਤਿਆਰ ਹੈ ਤੇ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਉਹ ਇੰਨਾ ਗੰਦਲਾ ਹੋ ਚੁੱਕਾ ਕਿ ਲਗਾਤਾਰ ਜਿਹੜੇ ਆ ਧਰਨੇ ਦਿੱਤੇ ਜਾ ਰਹੇ ਆ। ਯੂਨੀਵਰਸਿਟੀ ਵਿੱਤੀ ਸੰਕਟ ਚੋਂ ਲੰਘ ਰਹੀ ਹੈ ਪਰ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ। ਕੀ ਕਹਿਣਾ ਚਾਹੋਗੇ? ਯੂਨੀਵਰਸਿਟੀ ਨਾਲ ਜੋ ਇੱਕ
ਜੋ ਕਰਤਾ ਉਸਨੂੰ ਇੱਕ ਤਰ੍ਹਾਂ ਦਾ ਇਗਨੋਰ ਕਰਤਾ। ਮੈਨੂੰ ਉਸ 'ਤੇ ਬੜੀ ਹੈਰਾਨੀ ਹੋ ਰਹੀ ਹੈ ਕਿ ਇੰਨੀ ਪੁਰਾਣੀ ਯੂਨੀਵਰਸਿਟੀ ਨੂੰ, ਇੰਨੀ ਵਿੱਦਿਆ ਦਾ ਐਡਾ ਉੱਚ ਮੁਨਾਰੇ ਨੂੰ ਤੁਸੀਂ ਬਿਲਕੁਲ ਖੋਖਲਾ ਕਰਕੇ ਰੱਖਤਾ ਹੈ। ਨਾ ਤਾਂ ਉੱਥੇ ਕੋਈ ਡਿਸਿਪਲਿਨ ਹੈ, ਨਾ ਹੀ ਉੱਥੇ ਕੋਈ ਬੇਸਿਕ ਇਨਫਰਾਸਟਰਕਚਰ ਹੈ ਜਿਹਨੂੰ ਤਰੀਕੇ ਨਾਲ ਚਲਾਇਆ ਜਾ ਸਕੇ। ਜਦ ਵੀ ਦੇਖੋ ਲੜਾਈਆਂ, ਝਗੜੇ, ਧਰਨੇ ਕਿ ਸਟਾਫ ਨੂੰ ਤਨਖਾਹ ਨਹੀਂ ਮਿਲੀ, ਇਹੀ ਸੁਣਨ 'ਚ ਆ ਰਿਹਾ। ਕੋਈ ਉਹਦੇ ਉੱਥੋਂ ਕੋਈ ਸਾਨੂੰ ਚੰਗੀ ਖਬਰ ਨਹੀਂ ਮਿਲ ਰਹੀ। ਵਿੱਦਿਆ ਵਿਚਾਰੀ ਤੇ ਪਰ ਉਪਕਾਰੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਹੈ ਕਿ ਜੇ ਤੁਸੀਂ ਵਿੱਦਿਆ ਨੂੰ ਹੀ ਰੋਲ ਰਹੇ ਹੋ, ਉਹ ਰੁੱਲ ਚੁੱਕੀ ਹੈ ਇਸ ਟਾਈਮ ਪੰਜਾਬੀ ਯੂਨੀਵਰਸਿਟੀ। ਪ੍ਰਾਈਵੇਟਾਈਜੇਸ਼ਨ ਹੋ ਜਾਏਗੀ ਕੱਲ੍ਹ ਨੂੰ ਜੇ ਤੁਸੀਂ ਇਹ ਦਿਸ ਇਜ਼ ਅ ਸਟੈਪ ਟੂਵਰਡਸ ਮੇਕਿੰਗ ਇਟ ਅ ਪ੍ਰਾਈਵੇਟ ਯੂਨੀਵਰਸਿਟੀ। ਇਹ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ ਜੀ ਕਿ ਹਾਂਜੀ ਇਹ ਯੂਨੀਵਰਸਿਟੀ ਖਤਮ ਹੋ ਚੁੱਕੀ ਹੈ, ਬਰਬਾਦ ਹੋ ਚੁੱਕੀ ਹੈ, ਇਹਨੂੰ ਪ੍ਰਾਈਵੇਟ ਕਰ ਦਿਓ। these are the steps towards making it a private entity, ਜੋ ਮੈਨੂੰ ਲੱਗਦਾ ਹੈ। ਇਹਨੂੰ ਰੋਕਣ ਲਈ ਸਰਕਾਰ ਨੂੰ ਰੋਬਸਟ ਐਕਸ਼ਨ ਲੈਣਾ ਪਏਗਾ। ਸਰਕਾਰ ਨੂੰ ਕਿਸੇ ਨਾ ਕਿਸੇ ਐਂਗਲ ਤੋਂ ਆਪਣੇ ਸਿਸਟਮ 'ਚੋਂ 200 ਕਰੋੜ 250 ਕਰੋੜ ਰੁਪਈਆ ਯੂਨੀਵਰਸਿਟੀ ਨੂੰ ਗ੍ਰਾਂਟ ਦੇਏ ਤਾਂ ਕਿ ਯੂਨੀਵਰਸਿਟੀ ਆਪਣੇ ਸਿਸਟਮ ਨੂੰ ਠੀਕ ਕਰ ਸਕੇ। ਆਪਣੇ ਜਿਹੜੇ ਅਧਿਆਪਕ ਨੇ, ਟੀਚਰਸ ਨੇ, ਫੈਕਲਟੀ ਹੈ, ਉਹਨਾਂ ਨੂੰ ਜਿਹੜੇ ਪੁਰਾਣੇ ਅਰੀਅਰਸ ਨੇ ਉਹ ਕਲੀਅਰ ਕਰ ਸਕੇ, ਇਨਫਰਾਸਟਰਕਚਰ ਨੂੰ ਮਜ਼ਬੂਤ ਕਰੇ, ਉੱਥੋਂ ਦੀ ਸਿਕਿਉਰਿਟੀ ਸਿਸਟਮ ਨੂੰ ਮਜ਼ਬੂਤ ਕਰੇ, ਸਟੂਡੈਂਟ ਵੈਲਫੇਅਰ ਲਈ ਹੋਰ ਕੰਮ ਕਰੇ। ਇੰਨੀ ਸੋਹਣੀ ਯੂਨੀਵਰਸਿਟੀ 'ਚ ਸਾਨੂੰ ਅੱਜ ਤੋਂ 5 ਸਾਲ ਪਹਿਲਾਂ ਪਤਾ ਲੱਗਦਾ ਸੀ ਕਿ ਸਪੋਰਟਸ 'ਚ ਪੰਜਾਬੀ ਯੂਨੀਵਰਸਿਟੀ ਪ੍ਰੈਜ਼ੀਡੈਂਟ ਮੈਡਲ ਲੈ ਕੇ ਆਈ ਹੈ, ਉਹ ਕਿੱਥੇ ਗਏ? ਸਭ ਖਤਮ ਹੋ ਗਏ। ਸੋ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਅਪੀਲ ਹੈ ਕਿ ਇਹ ਪਟਿਆਲੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਅੱਛੀ ਯੂਨੀਵਰਸਿਟੀ ਹੈ। ਇਸ ਤੋਂ ਇਹਦੇ ਨਾਲ ਲੋਕਾਂ ਦੀਆਂ ਬੜੀਆਂ ਬੜੀਆਂ ਯਾਦਾਂ, ਬੜੇ ਬੜੇ ਲਾਈਫ ਚੇਂਜਿੰਗ ਐਪੀਸੋਡ ਜੁੜੇ ਹੋਏ ਨੇ। ਇਸ ਨੂੰ ਪ੍ਰੋਟੈਕਟ ਕਰੋ। ਇਹਨੂੰ ਪ੍ਰੋਟੈਕਟ ਕਰਨਾ ਤੁਹਾਡਾ ਫਰਜ਼ ਹੈ। ਕੋਲੇ ਸਾਹਿਬ, ਮੇਰਾ ਇੱਕ ਆਖਰੀ ਸਵਾਲ ਇਹ ਹੈ, ਕਿਸਾਨੀ ਦਾ ਮੁੱਦਾ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ। 6 ਮਹੀਨੇ ਤੋਂ ਵੱਧ ਹੋ ਗਿਆ ਕਿ ਕਿਸਾਨ ਜਿਹੜੇ ਹੈ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ। ਸਰਕਾਰ ਇਸ ਵੱਲ ਹੁਣ ਧਿਆਨ ਹੀ ਨਹੀਂ ਦੇ ਰਹੀ। ਕੀ ਗੱਲ, ਕੀ ਹੁਣ ਸਰਕਾਰ ਚਾਹੁੰਦੀ ਨਹੀਂ ਕਿ ਮੁੱਦਾ ਹੱਲ ਹੋਵੇ? ਦੇਖੋ, ਸਰਕਾਰ ਡੇ 1 ਤੋਂ, ਮੈਂ ਫਿਰ ਰਿਪੀਟ ਕਰ ਰਿਹਾ, ਸਰਕਾਰ ਡੇ 1 ਤੋਂ ਗੰਭੀਰ ਹੈ ਇਸ ਮਸਲੇ ਨੂੰ ਹੱਲ ਕਰਨ ਲਈ। ਬਟ ਤੁਸੀਂ ਅੱਜ ਦੀ ਹਾਲਾਤ ਦੇਖੋ, ਦੇਸ਼ ਵਿੱਚ ਮਹਾਮਾਰੀ ਫੈਲੀ ਹੈ, ਵਿਸ਼ਵ 'ਚ ਮਹਾਮਾਰੀ ਫੈਲੀ ਹੋਈ ਹੈ। ਸਰਕਾਰ ਇਸ ਟਾਈਮ ਟੋਟਲ ਸਰਕਾਰ ਦੇ ਐਫਰਟਸ ਐਂਡ ਰਿਸੋਰਸਿਸ ਸਭ ਕੁਝ ਇਸ ਨੂੰ ਠੀਕ ਕਰਨ 'ਤੇ ਲੱਗੇ ਹੋਏ ਨੇ। ਜਿਹੜੀ ਆ ਸੈਕਿੰਡ ਵੇਵ ਆਈ ਹੈ, ਪਹਿਲਾਂ ਪਿਛਲੇ ਸਾਲ ਵੀ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਨੇ ਆਪਣੇ ਚੈਨਲਸ ਰਾਹੀਂ ਇਹਨੂੰ ਕੰਟੇਨ ਕੀਤਾ, ਤੇ ਬਟ ਹੁਣ ਇੱਕਦਮ ਐਮਰਜੈਂਸ ਆਫ ਸੈਕਿੰਡ ਵੇਵ ਆਈ ਹੈ। ਇਸ ਕਰਕੇ ਇਹ ਮੁੱਦੇ ਨੂੰ ਕਿਸੇ ਸਰਕਾਰ ਨੇ ਅਣਗਹਿਲਾ ਨਹੀਂ ਕੀਤਾ। ਬਟ ਜਿਹੜੀ ਅੱਜ ਦੀ ਡੇਟ ਦੀ ਪ੍ਰਾਇਓਰਿਟੀ ਹੈ ਉਹ ਹੈਗੀ ਆ ਕਿ ਆ ਜਿਹੜੀ ਕੋਵਿਡ ਦੀ ਸਿਚੁਏਸ਼ਨ ਬਣੀ ਹੋਈ ਹੈ, ਜੋ ਲੋਕ ਮਰ ਰਹੇ ਨੇ ਵਿਚਾਰੇ, ਉਹੀ ਕਮਿੰਗ ਬੈਕ ਟੂ ਜਿਹੜੀ ਆਪਾਂ ਪਹਿਲਾਂ ਵਿਸ਼ਾ ਡਿਸਕਸ ਕੀਤਾ ਹੈ ਕਿ ਸਾਡੇ ਮੈਡੀਕਲ ਇਨਫਰਾਸਟਰਕਚਰ ਬਹੁਤ ਕਮਜ਼ੋਰ ਹੈ, ਪੂਰੇ ਹਿੰਦੁਸਤਾਨ ਦਾ ਬਹੁਤ ਕਮਜ਼ੋਰ ਹੈ। ਉਹਨੂੰ ਇਹ ਪਿਛਲੀਆਂ ਸਰਕਾਰਾਂ ਦਾ ਜਿੰਮਾ ਨਾ। ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੋਦੀ ਸਰਕਾਰ ਦੇ ਸਿਸਟਮ ਨੇ ਖਰਾਬ ਕੀਤਾ। ਨਹੀਂ, ਜਿਹੜਾ ਮੈਡੀਕਲ ਢਾਂਚਾ ਰਿਹਾ ਆਪਣੇ ਇੰਡੀਆ ਦਾ, ਉਸ 'ਚ ਉਹ ਇੰਨਾ ਰੋਬਸਟ ਨਹੀਂ ਸੀ, ਇੰਨਾ ਵਧੀਆ ਨਹੀਂ ਸੀ ਕਿ ਹਾਂ ਹਰ ਪਾਸੇ ਜਿਹੜੇ ਪੇਸ਼ੈਂਟ ਨੇ ਜਾਂ ਗਰੀਬ ਤਬਕਾ ਹੈ ਉਹਨੂੰ ਮੈਡੀਕਲ ਫੈਸਿਲਿਟੀ ਮਿਲ ਸਕੇ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਟੀਕਾਕਰਨ ਨੂੰ ਲੈ ਕੇ, ਕੋਵਿਡ ਸੈਂਪਲਿੰਗ ਨੂੰ ਲੈ ਕੇ ਜਿਹੜੀ ਹੈ ਉਹਨਾਂ ਨੂੰ ਉਠਾਉਣਾ ਚਾਹੁੰਦੀ ਹੈ, ਉਹਨਾਂ ਦੇ ਧਰਨੇ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਡਾਇਲੋਗ ਦੀ, ਕਿ ਡਾਇਲੋਗ ਤਾਂ ਇੱਕ ਵਾਰ ਨਹੀਂ 14-15 ਵਾਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਲਗਾਤਾਰ ਹੋਈਆਂ। ਅਮਿਤ ਸ਼ਾਹ ਨੇ ਖੁਦ ਆਪ ਉਹ ਮੀਟਿੰਗਾਂ ਅਟੈਂਡ ਕੀਤੀਆਂ। ਪਰ ਆਖਰ ਕੀ ਜਿੱਦ ਹੈ ਸਰਕਾਰ ਦੀ ਕਿ ਉਹ ਥੋੜ੍ਹੇ ਜਿਹੜਾ ਕਿਸਾਨਾਂ ਦੀ ਜਿਹੜੀ ਮੰਗ ਹੈ ਉਸ ਨੂੰ ਪ੍ਰਵਾਨ ਹੀ ਨਹੀਂ ਕਰਨਾ ਚਾਹੁੰਦੀ? ਦੇਖੋ, ਜਿਹੜਾ ਬਿੱਲ ਬਣ ਚੁੱਕਾ ਹੈ ਉਹ ਬਿੱਲ ਵਾਪਸ ਨਹੀਂ ਲਿਆ ਜਾ ਸਕਦਾ, ਕਿਉਂਕਿ ਉਹਦੇ ਨਾਲ ਹੋਰ ਰੈਪਰਕਸ਼ਨ, ਉਹਦੇ ਨਾਲ ਕੜੀ ਜੁੜੀ ਹੁੰਦੀ ਹੈ। ਇੱਕ ਬਿੱਲ ਵਾਪਸ ਲਿਆ ਜਾਵੇ ਤਾਂ ਉਹਦੇ ਨਾਲ ਹੋਰ, ਦਿਸ ਇਜ਼ ਕਾਲਡ ਪੈਂਡੋਰਾ ਬਾਕਸ ਆਫ ਟਰਬਲ, ਜਿਹੜੀ ਇੱਕ ਤੁਸੀਂ ਸ਼ਾਇਦ ਸਟੋਰੀ ਪੜ੍ਹੀ ਹੋਣੀ ਕਿ ਇਹ ਜੇ ਵਾਪਸ ਲਿਆ ਜਾਵੇ ਤਾਂ ਇਹਦੇ ਨਾਲ ਹੋਰ ਬੜੀਆਂ ਚੀਜ਼ਾਂ ਜੁੜੀਆਂ ਨੇ ਜੋ ਭਾਰਤ ਦੇ ਸੰਵਿਧਾਨ ਨੂੰ ਅਸਤ-ਵਸਤ ਕਰ ਦੇਣਗੀਆਂ। ਸੋਧ ਹੋ ਸਕਦੀ ਹੈ ਅਤੇ ਸੋਧ ਲਈ ਸਾਡੀ ਸਰਕਾਰ ਬਿਲਕੁਲ ਮੰਨੀ ਹੈ। ਇੱਕ ਵਾਰ ਦੀ ਮੰਨੀ, 14 ਦੀ 14 ਵਾਰ ਜਿਹੜੀ ਮੀਟਿੰਗ ਹੋਈ ਆ ਉਹਨਾਂ 'ਚ ਮੰਨੀ ਹੈ ਕਿ ਹਾਂ ਜੋ ਤੁਸੀਂ ਕਹਿ ਰਹੇ ਹੋ, ਜਿਹੜੇ ਤੁਹਾਡੇ ਮੁੱਦੇ ਨੇ, ਦੇ ਆਰ ਰੈਡੀ ਟੂ ਐਕਸੈਪਟ।
ਰਿਟਨ ਵੀ ਦੇਣ ਨੂੰ ਤਿਆਰ ਹੈ। ਪ੍ਰੈਜ਼ੀਡੈਂਟ ਆਫ ਇੰਡੀਆ ਹੈਜ਼ ਕੈਟੇਗੋਰਿਕਲੀ ਸੈਡ ਇਨ ਹਿਜ਼ ਸਪੀਚ ਕਿ ਜਦ ਤੱਕ ਕਿਸਾਨ ਯੂਨੀਅਨਸ ਦਾ ਤੇ ਸਰਕਾਰ ਵਿੱਚ ਸਮਝੌਤਾ ਨਹੀਂ ਹੁੰਦਾ, ਇਹ ਜਿਹੜਾ ਬਿੱਲ ਨੇ ਇਹ ਐਜ਼ ਇਟ ਇਜ਼ ਰਹਿਣਗੇ, ਇੰਪਲੀਮੈਂਟ ਨਹੀਂ ਕੀਤੇ ਜਾਣਗੇ। ਪ੍ਰਾਈਮ ਮਿਨਿਸਟਰ ਹੈਜ਼ ਸੈਡ ਇਟ ਔਨ ਦ ਫਲੋਰ ਆਫ ਦ ਹਾਊਸ। ਇਸ ਤੋਂ ਵੱਡੀ ਗਰੰਟੀ ਰਾਸ਼ਟਰਪਤੀ ਜੀ ਦੀ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਔਨ ਰਿਕਾਰਡ ਸਟੇਟਮੈਂਟ ਕਿ ਜਦ ਤੱਕ ਇਹ ਕਿਸਾਨੀ ਮੁੱਦਾ ਹੱਲ ਨਹੀਂ ਹੁੰਦਾ ਅਸੀਂ ਇਹਨੂੰ ਛੇੜਾਂਗੇ ਨਹੀਂ, ਇਸ ਤੋਂ ਵੱਡੀ ਮੈਂ ਕੋਈ ਗਾਰੰਟੀ ਮੰਨ ਨਹੀਂ ਸਕਦਾ। ਪਰ ਤੁਸੀਂ ਸੋਧ ਦੀ ਗੱਲ ਕਹਿ ਰਹੇ ਹੋ ਕਿ ਸਰਕਾਰ ਸੋਧ ਲਈ ਤਿਆਰ ਹੈ, ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸੋਧ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਅਸੀਂ ਤਾਂ ਇੱਕੋ ਹੀ ਗੱਲ ਕਹਿਣੀ ਹੈ ਕਿ ਖੇਤੀ ਕਾਨੂੰਨ ਜਿਹੜੇ ਰੱਦ ਹੋਣੇ ਚਾਹੀਦੇ ਆ। ਫਿਰ ਆਖਰ ਇਹ ਮਸਲਾ ਕਿਵੇਂ ਕਿਸ ਤਰ੍ਹਾਂ ਹੱਲ ਹੋ ਸਕਦਾ? ਇਹ ਮਸਲਾ ਸਿਰਫ ਤੇ ਸਿਰਫ ਡਾਇਲੌਗ ਨਾਲ ਹੋਣਾ ਹੈ। ਦੇਖੋ ਜਿੰਨੀ ਦੇਰ ਡਾਇਲੌਗ ਚੱਲੇਗਾ, ਕੁਛ ਇੱਧਰ ਦੇਖੋ ਦੋਨੋਂ ਪਾਸੋਂ ਗਿਵ ਐਂਡ ਟੇਕ ਹੋਣਾ ਪੈਂਦਾ ਹੈ। ਇਹ ਨਹੀਂ ਹੈਗਾ ਕਿ ਤੁਸੀਂ ਕਹੀ ਜਾਓ ਕਿ ਬਈ ਜੋ ਇੱਕ ਤਰਫਾ ਰੁਖ ਚੱਲ ਰਿਹਾ, ਸਰਕਾਰ ਨੇ ਆਪਣੇ ਸਟੈਂਡ ਨੂੰ ਮੂਵ ਕਰਦਾ, ਕਿੱਥੇ ਤੱਕ ਸਰਕਾਰ ਆਈ ਹੈ। ਤੇ ਮੈਨੂੰ ਪੂਰੀ ਉਮੀਦ ਹੈ ਕਿ ਕਿਸਾਨ ਭਰਾ ਵੀ ਜਦ ਇੱਕ ਤਰ੍ਹਾਂ ਦਾ ਕੋਆਰਡੀਨੇਟਡ ਐਫਰਟ ਕਰਨਗੇ ਸਰਕਾਰ ਨਾਲ ਬੈਠ ਕੇ, ਇਹ ਮਸਲਾ ਬਿਲਕੁਲ ਹੱਲ ਹੋ ਜਾਏਗਾ। ਪਰ ਕਿਸਾਨਾਂ ਨੇ ਤਾਂ ਫਿਰ ਇਸ ਤਰ੍ਹਾਂ ਦੀ ਕਾਲ ਦੇ ਦਿੱਤੀ ਹੈ, ਸਰਕਾਰ ਨੂੰ ਲਿਖਤੀ ਪੱਤਰ ਵੀ ਕੀਤਾ ਕਿ ਉਹ ਗੱਲਬਾਤ ਲਈ ਤਿਆਰ ਹੈ, ਪਰ ਜੇ ਸਰਕਾਰ ਇਸ ਮੁੱਦੇ ਤੇ ਗੱਲ ਨਹੀਂ ਕਰਨਾ ਚਾਹੁੰਦੀ ਜਾਂ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਵੀ ਤਿੱਖਾ ਕਰਨਗੇ। ਦੇਖੋ ਕਿਸਾਨਾਂ ਦਾ ਜਿਹੜਾ ਇਹ ਮੰਗ ਪੱਤਰ ਸਰਕਾਰ ਨੂੰ ਭੇਜਿਆ ਗਿਆ, ਬਿਲਕੁਲ ਸਰਕਾਰ ਨੇ ਪ੍ਰਵਾਨ ਕੀਤਾ ਹੈ ਐਂਡ ਗਵਰਨਮੈਂਟ ਇਜ਼ ਵਰਕਿੰਗ ਔਨ ਇਟ। ਬਟ ਅੱਜ ਦੀ ਡੇਟ ਤੇ ਜੋ ਪ੍ਰਾਇੋਰਟੀ ਹੈ ਉਹ ਪ੍ਰਾਇੋਰਟੀ ਇਹ ਹੈ ਕਿ ਕੋਵਿਡ ਸਿਚੁਏਸ਼ਨ ਨੂੰ ਕਿੱਦਾਂ ਕੰਟੇਨ ਕੀਤਾ ਜਾਵੇ ਇੰਡੀਆ 'ਚ, ਪੂਰੇ ਇੰਡੀਆ ਲੈਵਲ ਤੇ ਘੱਟ ਤੋਂ ਘੱਟ ਫੈਕਲਟੀਜ਼ ਹੋ ਪਾਉਣ। ਉਸ ਨੂੰ ਰੋਕਣ ਲਈ ਸਰਕਾਰ ਹਰ ਪਾਸਿਓਂ, ਸਰਕਾਰ ਦਾ ਕੋਈ ਐਸਾ ਮੰਤਰੀ ਨਹੀਂ ਹੈ ਜਿਹੜਾ ਆਪਣੇ ਡਿਪਾਰਟਮੈਂਟ ਜੋਗਾ ਹੈਗਾ। ਉਹ ਹਰ ਮੰਤਰੀ, ਹਰ ਮੈਂਬਰ ਪਾਰਲੀਮੈਂਟ, ਹਰ MLA, ਹਰ ਕਾਉਂਸਲਰ ਲੈਵਲ ਤੱਕ, ਜਿਹੜੇ ਵੀ ਈਵਨ ਅਸੀਂ ਜਿਵੇਂ ਆਪਣੇ ਲੈਵਲ ਤੇ ਲੋਕਾਂ ਦੀ ਭਲਾਈ ਲਈ, ਲੋਕਾਂ ਦੇ ਸੇਵਾ ਭਾਵ ਨੂੰ ਦੇਖਦੇ ਹੋਏ ਜਿੰਨਾ ਸਾਡੇ ਤੋਂ ਐਫਰਟ ਹੋ ਰਿਹਾ ਅਸੀਂ ਕਰ ਰਹੇ ਹਾਂ, ਚਾਹੇ ਵੈਦਰ ਵੀ ਆਰ ਇਨ ਦ ਗਵਰਨਮੈਂਟ ਇਨ ਐਨੀ ਸਟੇਟ ਔਰ ਵੈਦਰ ਵੀ ਆਰ ਨਾਟ ਇਨ ਦ ਗਵਰਨਮੈਂਟ। ਅਸੀਂ ਹਰ ਪਾਸੋਂ ਲੋਕਾਂ ਦੀ ਸੇਵਾ 'ਚ ਜੁਟੇ ਹੋਏ ਹਾਂ। ਇਹ ਮੁੱਦਾ ਜਦ ਇਹ ਥੋੜ੍ਹੀ ਸਿਚੁਏਸ਼ਨ ਕਾਮ ਡਾਊਨ ਹੋਏਗੀ ਤੇ ਡੈਫੀਨੇਟਲੀ ਸਰਕਾਰ ਇਸ ਮੁੱਦੇ 'ਤੇ ਵੀ ਗੰਭੀਰਤਾ ਨਾਲ ਚਰਚਾ ਕਰੇਗੀ। ਇਹ ਸਨ ਗੁਰਜੀਤ ਸਿੰਘ ਕੋਹਲੀ। ਵੱਖ-ਵੱਖ ਮੁੱਦਿਆਂ ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਪਣੀਆਂ ਜ਼ਮੀਨੀ ਹਕੀਕਤਾਂ ਨੂੰ ਪਛਾਣਨਾ ਚਾਹੀਦਾ ਹੈ, ਚਾਹੇ ਪੇ ਕਮਿਸ਼ਨ ਦਾ ਮੁੱਦਾ ਹੈ, ਚਾਹੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੇ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ, ਕਿਉਂਕਿ ਬਹੁਤ ਵਾਅਦੇ ਜਿਹੜੇ ਸੀ 2017 ਦੇ ਵਿੱਚ ਸਰਕਾਰ ਨੇ ਕੀਤੇ ਸੀ ਤੇ ਸੱਤਾ ਸੰਭਾਲੀ ਸੀ, ਪਰ ਉਸ ਤੋਂ ਬਾਅਦ ਸਰਕਾਰ ਨੇ ਕਿਸੇ ਵੀ ਵਰਗ ਦਾ ਧਿਆਨ ਨਹੀਂ ਰੱਖਿਆ, ਜਿਸ ਕਰਕੇ ਸਰਕਾਰ ਅੱਜ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਦੂਜੇ ਪਾਸੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਕੋਵਿਡ ਦੀ ਜਿਹੜੀ ਹੈ ਹੁਣ ਸਥਿਤੀ ਬਹੁਤ ਭਿਆਨਕ ਹੋ ਚੁੱਕੀ ਹੈ, ਜਿਹਦੇ ਕਰਕੇ ਜਿਵੇਂ ਹੀ ਸਰਕਾਰ ਕੋਵਿਡ ਵਾਲੇ ਪਾਸੇ ਤੋਂ ਥੋੜ੍ਹਾ ਫ੍ਰੀ ਹੁੰਦੀ ਹੈ ਤਾਂ ਕਿਸਾਨਾਂ ਦੇ ਮੁੱਦੇ ਪ੍ਰਤੀ ਪਹਿਲਾਂ ਹੀ ਬਹੁਤ ਗੰਭੀਰ ਹੈ ਤੇ ਜ਼ਰੂਰ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਹੋ ਜਾਵੇਗਾ। ਕਵਰ ਸਿੰਘ ਬੇਦੀ, ਮੌਸਾ TV, ਪਟਿਆਲਾ।